एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। वाहिगुरू जी का खालसा वाहिगुरू जी की फतेह। सरदार कुलबीर सिंह जी कौड़ा जी की रचना ते सिख भी निकलिया गया। भाग 30वां। साडे पिंड दी जमीन एक वार इंप्रूवमेंट ट्रस्ट वालों एक्वायर करन दी अफवाह उठ गई सी। पिंड दे सरपंच लंबड़दार ते होर ठीक ठाक 7-8 ਜ਼ਿਮੀਂਦਾਰਾਂ नाल मैं भी महकमा टाउन प्लैनिंग दे दफ्तर गया। सरपंच लंबड़दार ਅਤੇ ਮੈਨੂੰ ਪਤਾ ਕਰਨ ਲਈ ਅੰਦਰ ਭੇਜਿਆ ਗਿਆ ਤਾਂ ਪੁੱਛਦੇ ਕਰਦੇ ਅਸੀਂ ਡਰਾਇੰਗ ਸੈਕਸ਼ਨ ਵਿੱਚ ਜਾ ਕੇ ਨਵੀਂ ਬਣੀ ਸਕੀਮ ਬਾਰੇ ਪੁੱਛਿਆ ਤਾਂ ਇੱਕ ਬਾਊ ਆਪਣੀ ਕੁਰਸੀ ਤੋਂ ਉੱਠਿਆ ਤੇ ਸਾਨੂੰ ਧੱਕ ਕੇ ਦਰਵਾਜ਼ਿਓਂ ਬਾਹਰ ਲੈ ਆਇਆ। ਫਿਰ ਉਸਨੇ ਕਿਹਾ, ਤੁਹਾਡਾ ਅੰਦਰ ਹੋਣ ਦਾ ਇਰਾਦਾ ਤਾਂ ਨਹੀਂ, ਤੁਸੀਂ ਇੱਥੇ ਆ ਕਿਵੇਂ ਗਏ? ਉਸਨੇ ਉੱਥੇ ਖੜੇ ਚਪੜਾਸੀ ਨੂੰ ਬੜਾ ਡਾਂਟਿਆ ਤੇ ਚਪੜਾਸੀ ਸਾਡੇ ਦੇ ਵਰ ਪਿਆ। ਤੁਸਾਂ ਕਿੱਧਰ ਮੂੰਹ ਚੁੱਕਿਆ ਬਈ? ਇੱਥੇ ਤਾਂ ਚਿੜੀ ਪਰ ਨਹੀਂ ਮਾਰਦੀ, ਤੁਸੀਂ ਰਵਾਂ ਰਵੀ ਅੰਦਰ ਆ ਵੜੇ ਹੋ। ਹੈ ਮਰਨ ਦੇ ਮਸਾਲੇ ਕਿ ਨਹੀਂ? ਅੰਦਰ ਹੋਣਾ ਜੇ, ਚਲੋ ਬਾਹਰ। ਜਿਹੜੀ ਗੱਲ ਅਸੀਂ ਮਹਿਕਮੇ ਵਿੱਚੋਂ ਪਤਾ ਕਰਨ ਗਏ ਸੀ ਉਹ ਕੋਈ ਗੁਪਤ ਨਹੀਂ ਸੀ, ਅਖਬਾਰ ਵਿੱਚ ਪਹਿਲਾਂ ਹੀ ਆ ਚੁੱਕੀ ਸੀ ਤੇ ਉੱਥੋਂ ਹੀ ਸਾਨੂੰ ਪਤਾ ਲੱਗੀ ਸੀ। ਫਿਰ ਇਸ ਕਿਸਮ ਦੀਆਂ ਸਕੀਮਾਂ ਨੂੰ ਜਨਤਕ ਥਾਵਾਂ ਤੇ ਚਿਪਕਾਇਆ ਜਾਂਦਾ ਹੈ, ਜਿਵੇਂ ਤਹਿਸੀਲ DC ਦਫ਼ਤਰ, ਮਿਊਨਿਸਪਲ ਕਮੇਟੀ ਦੇ ਦਫ਼ਤਰ ਵਗੈਰਾ। ਇਸ ਕਿਸਮ ਦੀ ਜਨਤਕ ਯੋਜਨਾ ਉਹ ਵੀ ਸਾਡੀ ਹੀ ਜ਼ਮੀਨ ਜਾਇਦਾਦ ਨਾਲ ਸੰਬੰਧਿਤ ਤੇ ਸਾਨੂੰ ਦਫ਼ਤਰ ਵਿੱਚ ਵੜਨ ਦਾ ਹੁਕਮ ਨਾ ਹੋਵੇ। ਹੈ ਕਿ ਨਹੀਂ ਅਚਰਜ ਵਾਲੀ ਗੱਲ? ਸਰਪੰਚ ਨੇ ਧੱਕਾ ਮਾਰ ਕੇ ਚਪੜਾਸੀ ਨੂੰ ਪਰਾਂ ਕੀਤਾ ਤੇ ਬਾਊ ਨੂੰ ਜਾ ਕਾਲਰੋਂ ਫੜਿਆ, ਜਿਹੜਾ ਸਾਨੂੰ ਬਾਹਰ ਕਢਵਾ ਕੇ ਆਪ ਆਪਣੀ ਕੁਰਸੀ ਤੇ ਜਾ ਬੈਠਾ ਸੀ। ਅਸਾਂ ਕਿਹਾ, ਤੇਰਾ ਅਫਸਰ ਕਿਹੜਾ ਹੈ? ਸਾਨੂੰ ਮਿਲਾ। ਉਸਨੂੰ ਕਾਲਰ ਤੋਂ ਫੜ ਕੇ ਹੀ ਅਸੀਂ ਸੁਪਰਇੰਟੈਂਡੈਂਟ ਦੇ ਕਮਰੇ ਵਿੱਚ ਲੈ ਗਏ, ਜਿਹੜਾ ਸਾਰਾ ਦਫ਼ਤਰ ਲੰਘ ਕੇ ਅਖੀਰ ਤੇ ਕੈਬਨ ਵਿੱਚ ਬੈਠਾ ਸੀ। ਦਫ਼ਤਰ ਸੁਪਰਇੰਟੈਂਡੈਂਟ ਨੇ ਕਿਹਾ, ਤੁਸਾਂ ਮੈਨੂੰ ਮਿਲਣਾ ਸੀ। ਅਸਾਂ ਕਿਹਾ, ਤੂੰ ਤਾਂ ਸਾਰੇ ਦਫ਼ਤਰ ਦੇ ਅਖੀਰ ਤੇ ਬੈਠਾ ਹੈ, ਤੇਰੇ ਤੱਕ ਪਹੁੰਚਣ ਲਈ ਵੀ ਤਾਂ ਦਫ਼ਤਰ ਦੇ ਅੰਦਰ ਆਉਣਾ ਹੀ ਪੈਣਾ ਹੈ ਕਿ ਹਵਾ ਥਾਣੀ ਵੀ ਕੋਈ ਅੰਦਰ ਆ ਸਕਦਾ ਹੈ? ਅਸਾਂ ਉਸ ਨੂੰ ਪੁੱਛਿਆ, ਇਹ ਦਫ਼ਤਰ ਫੌਜ ਦਾ ਹੈ? ਕੀ ਇੱਥੇ ਫੌਜੀ ਨਕਸ਼ੇ ਬਣਦੇ ਹਨ ਜਾਂ ਅਸਲਾ ਤਿਆਰ ਹੁੰਦਾ ਹੈ? ਇਹ ਦੱਸ, ਅਸੀਂ ਪਾਕਿਸਤਾਨ ਦੇ ਜਸੂਸ ਹਾਂ? ਸਾਡੀ ਜ਼ਮੀਨ ਐਕਵਾਇਰ ਹੋਵੇ ਤੇ ਅਸੀਂ ਉਹਦਾ ਪਤਾ ਵੀ ਨਹੀਂ ਕਰ ਸਕਦੇ? ਬਾਕਾਇਦਾ ਪੁਲਿਸ ਆਈ ਤੇ ਇਹ ਮਾਮਲਾ ਸਾਨੂੰ ਸੱਚਾ ਤੇ ਉਸ ਕਲਰਕ ਨੂੰ ਝੂਠਾ ਕਰਾਰ ਦੇ ਕੇ ਹੱਲ ਹੋਇਆ। ਪਰ ਜ਼ਮੀਨ ਦੀ ਕੀ ਸਕੀਮ ਤਿਆਰ ਹੋਈ ਹੈ, ਇਸ ਦਾ ਪਤਾ ਸਾਨੂੰ ਫਿਰ ਵੀ ਨਾ ਲੱਗਾ। ਜਦੋਂ ਮੈਂ 5ਵੀਂ ਕਲਾਸ ਵਿੱਚ ਪੜ੍ਹਦਾ ਸਾਂ ਤਾਂ ਸਕੂਲ ਦੀਆਂ ਬਹੁਤ ਸਾਰੀਆਂ ਘਟਨਾਵਾਂ ਮੈਨੂੰ ਹੁਣ ਵੀ ਜਿਉਂ ਦੀਆਂ ਤਿਉਂ ਯਾਦ ਹਨ। ਮੇਰੇ ਸਕੂਲ ਦਾ ਨਾਂ ਸਨਾਤਨ ਧਰਮ ਹਾਈ ਸਕੂਲ ਬਸਤੀ 9 ਜਲੰਧਰ ਸੀ। ਇਸ ਦੇ ਨਾਂ ਤੋਂ ਹੀ ਪਤਾ ਲੱਗਦਾ ਹੈ ਕਿ ਇਹ ਕੱਟੜ ਮਹਾਸ਼ਿਆਂ ਦਾ ਸਕੂਲ ਸੀ। ਸੰਨ 1956-57 ਵਿੱਚ ਕੋਈ ਬਹੁਤੇ ਸਕੂਲ ਵੀ ਨਹੀਂ ਸਨ ਹੁੰਦੇ। ਮੇਰਾ ਕਿਸਾਨ ਪਰਿਵਾਰ ਸਕੂਲ ਦੇ ਮਾਸਟਰਾਂ ਦੇ ਘਰ ਕੋਈ ਨਾ ਕੋਈ ਚੀਜ਼ ਘੱਲੀ ਰੱਖਦਾ। ਕਦੇ ਕਿਸੇ ਮਾਸਟਰ ਦੇ ਘਰ ਮਕਈ ਦੀਆਂ ਛੱਲੀਆਂ, ਮਕਈ ਜਾਂ ਕਣਕ ਦਾ ਆਟਾ, ਕਿਸੇ ਦੇ ਘਰ ਗੰਨੇ, ਕਿਸੇ ਦੇ ਘਰ ਸਾਗ ਤੇ ਮੱਖਣ। ਇਹ ਸਾਰਾ ਕੁਝ ਇਸ ਕਰਕੇ ਕੀਤਾ ਜਾਂਦਾ ਸੀ ਕਿ ਮਾਸਟਰ ਮੈਨੂੰ ਚੰਗੀ ਤਰ੍ਹਾਂ ਪੜ੍ਹਾਉਣ ਤੇ ਮਾਰਨ ਵੀ ਨਾ। ਸ਼ਾਇਦ ਇਸੇ ਕਰਕੇ ਹੀ ਮੈਨੂੰ ਕਲਾਸ ਦਾ ਮਨੀਟਰ ਬਣਾ ਦਿੱਤਾ ਗਿਆ ਸੀ, ਨਹੀਂ ਤਾਂ ਮੈਂ ਐਡਾ ਲਾਇਕ ਨਹੀਂ ਸਾਂ। ਇਹ ਛੱਲੀਆਂ ਗੰਨਿਆਂ ਦਾ ਹੀ ਅਸਰ ਸੀ ਕਿ ਸਕੂਲ ਦੀਆਂ ਮਾਸਟਰਾਣੀਆਂ ਮੈਨੂੰ ਆਪਣੀ ਗੋਦੀ ਵਿੱਚ ਬਿਠਾ ਕੇ ਰੋਟੀ ਖਵਾ ਦਿੰਦੀਆਂ ਸਨ। ਜਦੋਂ ਕਿਸੇ ਮਾਸਟਰ ਨੂੰ ਜਿਹੜੀ ਚੀਜ਼ ਦੀ ਲੋੜ ਹੁੰਦੀ, ਮੇਰੇ ਹੱਥ ਸੁਨੇਹਾ ਘੱਲ ਦਿੰਦੇ ਤੇ ਦੂਜੇ ਦਿਨ ਉਹੀ ਚੀਜ਼ ਉਹਨਾਂ ਦੇ ਘਰ ਪਹੁੰਚ ਜਾਂਦੀ। ਮੈਨੂੰ ਕਦੇ ਕੁੱਟ ਨਹੀਂ ਸੀ ਪਈ, ਪਰ ਮੇਰੇ ਸਾਹਮਣੇ ਦੂਜਿਆਂ ਮੁੰਡਿਆਂ ਨੂੰ ਪੈਂਦੀ ਕੁੱਟ ਚੇਤੇ ਕਰਕੇ ਹੁਣ ਵੀ ਮੇਰੇ ਹੱਡ ਦੁਖਣ ਲੱਗ ਪੈਂਦੇ ਹਨ।
ਉਸ ਸਕੂਲ ਵਿੱਚ ਸਿੱਖਾਂ ਦੇ ਕੋਈ 30 ਕੁ ਮੁੰਡੇ ਹੋਣਗੇ। ਮਾਸਟਰਾਂ ਨੇ ਉਹਨਾਂ ਸਾਰਿਆਂ ਦਾ ਸਾਂਝਾ ਨਾਂ ਜੁੰਡੇ ਰੱਖਿਆ ਹੋਇਆ ਸੀ। ਜਦੋਂ ਕੁਰਸੀ ਛਾਵੇਂ ਮੰਗਵਾਉਣੀ ਹੁੰਦੀ ਤਾਂ ਮਾਸਟਰ ਲਾਗੋਂ ਤੁਰੇ ਜਾਂਦੇ ਕਿਸੇ ਸਿੱਖ ਮੁੰਡੇ ਨੂੰ ਕਹਿੰਦੇ, ਓਏ ਜੁੰਡੇ, ਜਾ ਉਹ ਕੁਰਸੀ ਲਿਆ ਕੇ ਛਾਵੇਂ ਰੱਖ। ਉਹ ਮੁੰਡਾ ਬੜਾ ਖੁਸ਼ ਹੋ ਜਾਂਦਾ ਤੇ ਕੁਰਸੀ ਚੁੱਕ ਲਿਆਉਂਦਾ। ਬੱਚੇ ਦਾ ਮਾਸਟਰ ਦਾ ਆਖਿਆ ਹੋਇਆ ਕੰਮ ਬੜੇ ਚਾਅ ਨਾਲ ਕਰਦੇ ਸਨ। ਕਦੇ ਭਾਰੀ ਚੀਜ਼ ਚੁੱਕ ਕੇ ਲਿਆਉਣੀ ਹੁੰਦੀ ਤਾਂ ਮਾਸਟਰ ਨੇ ਕਹਿਣਾ, ਓਏ ਜੁੰਡਿਓ, 2 ਜਣੇ ਤੁਸੀਂ ਚਲੇ ਜਾਓ ਤੇ ਰਮੇਸ਼ ਤੇ ਯਸ਼ ਤੁਸੀਂ ਵੀ ਜਾਓ ਤੇ ਮੇਜ਼ ਚੁੱਕ ਕੇ ਲਿਆਓ। ਸਾਡੇ ਮਾਸਟਰਾਂ ਦੀ ਨਜ਼ਰ ਵਿੱਚ ਸਾਰੇ ਸਿੱਖ ਮੁੰਡੇ ਜੁੰਡੇ ਸਨ ਤੇ ਅਸੀਂ ਬੇਵਕੂਫ ਸਭ ਕਾਸੇ ਤੋਂ ਬੇਖਬਰ ਬੜੇ ਖੁਸ਼ ਸਾਂ। ਜਦੋਂ ਅੰਗਰੇਜ਼ ਭਾਰਤ ਵਿੱਚ ਆਏ ਤਾਂ ਉਹਨਾਂ ਨੂੰ ਕਲਕੱਤੇ ਦੇ ਰਹਿਣ ਵਾਲੇ ਲੋਕਾਂ ਕੋਲੋਂ ਬੜੀ ਬਾਤ ਆਇਆ ਕਰੇ, ਕਿਉਂਕਿ ਬੰਗਾਲੀ ਹਰ ਵੇਲੇ ਮੱਛੀ ਖਾਂਦੇ ਹਨ ਤੇ ਮੱਛੀ ਖਾਣ ਵਾਲੇ ਕੋਲੋਂ ਮੱਛੀ ਵਰਗੀ ਬੋ ਜ਼ਰੂਰ ਆਉਂਦੀ। ਸ਼ਬਦ ਬੋ ਉਥੋਂ ਹੀ ਬਣਿਆ ਹੈ ਤੇ ਬੋ ਤੋਂ ਬਾਬੂ ਸ਼ਬਦ ਹੋਂਦ ਵਿੱਚ ਆਇਆ ਹੈ, ਕਿਉਂਕਿ ਅੰਗਰੇਜ਼ਾਂ ਦੇ ਭਾਰਤ ਆਉਣ ਤੋਂ ਪਹਿਲਾਂ ਕਿਸੇ ਵੀ ਡਿਕਸ਼ਨਰੀ ਵਿੱਚੋਂ BO ਭਾਵ ਬੋ ਜਾਂ ਬਾਬੂ ਸ਼ਬਦ ਨਹੀਂ ਮਿਲਦਾ। ਬਾਬੂ ਦਾ ਤਕਨੀਕੀ ਅਰਥ ਹੈ ਬੋ ਸਹਿਤ, ਪਰ ਕਿਉਂਕਿ ਬਾਬੂ ਸ਼ਬਦ ਹਕੂਮਤ ਕਰਨ ਵਾਲੇ ਅੰਗਰੇਜ਼ਾਂ ਦੇ ਮੂੰਹੋਂ ਨਿਕਲਿਆ ਸੀ, ਇਸ ਲਈ ਬੰਗਾਲੀਆਂ ਵਿੱਚ ਬੜਾ ਹਰਮਨ ਪਿਆਰਾ ਹੋ ਗਿਆ ਤੇ ਹੁਣ ਤੱਕ ਹੁਣ ਤਾਂ ਇਥੋਂ ਤੱਕ ਹੈ ਕਿ ਜੇ ਕਿਸੇ ਬੰਗਾਲੀ ਨੂੰ ਬਾਬੂ ਨਾ ਕਿਹਾ ਜਾਵੇ ਤਾਂ ਉਹ ਗੁੱਸਾ ਕਰਦਾ ਹੈ। ਸਿੱਖਾਂ ਦਾ ਸ਼ਬਦ ਸਰਦਾਰ ਜੀ ਵੀ ਅੱਜ ਕੱਲ੍ਹ ਇਸੇ ਸੰਦਰਭ ਵਿੱਚ ਹੀ ਹੈ, ਕਿਉਂਕਿ ਸਪਸ਼ਟ ਸਮਝ ਆਉਂਦੀ ਹੈ ਕਿ ਜਦੋਂ ਬਿਹਾਰ ਦੇ ਮਜ਼ਦੂਰ ਆਉਂਦੇ ਹਨ ਤਾਂ ਉਹ ਸਾਰੇ ਪੰਜਾਬੀਆਂ ਨੂੰ ਸਰਦਾਰ ਹੀ ਕਹਿੰਦੇ ਹਨ। ਕਈ ਬਿਹਾਰੀ ਭਈਏ ਕਿਸੇ ਹਿੰਦੂ ਦੇ ਕਾਰਖਾਨੇ ਲੱਗੇ ਹੁੰਦੇ ਹਨ। ਜੇ ਉਹਨਾਂ ਨੂੰ ਪੁੱਛੋ ਕਹਾਂ ਕੰਮ ਕਰਤੇ ਹੋ ਤਾਂ ਉਹ ਕਹਿੰਦੇ ਹਨ, ਮਦਨ ਸਰਦਾਰ ਕੇ ਕਾਰਖਾਨੇ ਮੇਂ। ਇਸੇ ਤਰ੍ਹਾਂ ਹੀ ਯੂਪੀ ਤੇ ਬਿਹਾਰ ਦੇ ਸਾਰੇ ਲੋਕਾਂ ਨੂੰ ਭਈਆ ਸ਼ਬਦ ਬੜਾ ਵਧੀਆ ਲੱਗਦਾ ਹੈ। ਬਾਬੂ ਆਖਣ ਤੇ ਬੰਗਾਲੀ ਖੁਸ਼ ਹੁੰਦਾ ਹੈ। ਜੇ ਕਿਸੇ ਦਲਿਤ ਨੂੰ ਚੌਧਰੀ ਕਹਿ ਦਈਏ ਤਾਂ ਉਹਦੀ ਅੱਡੀ ਜ਼ਮੀਨ ਤੇ ਨਹੀਂ ਲੱਗਦੀ। ਬਿਲਕੁਲ ਇਸੇ ਤਰ੍ਹਾਂ ਹੀ ਸਿੱਖ ਨੂੰ ਸਰਦਾਰ ਜੀ ਕਹਿ ਦਿਓ ਤਾਂ ਉਹ ਫੁੱਲ ਜਾਂਦਾ ਹੈ, ਪਰ ਇਹ ਹੈ ਸਿਰਫ ਸੰਬੋਧਨ। ਇੱਕ ਸ਼ਹਿਰੀ ਸਿੱਖ ਬੜੀ ਬਹਿਸ ਕਰੇ, ਆਖੇ ਗੁਰੂ ਜੀ ਨੇ ਸਾਨੂੰ ਸਰਦਾਰ ਬਣਾਇਆ ਹੈ ਤੇ ਇਹ ਗੱਲ ਸਾਡੇ ਲਈ ਅੱਜ ਫਖਰ ਮਹਿਸੂਸ ਕਰਨ ਦੀ ਹੈ। ਕਰੀ ਜਾਓ ਫਖਰ, ਤੁਹਾਨੂੰ ਫਖਰ ਕਰਨ ਤੋਂ ਕੌਣ ਰੋਕਦਾ ਹੈ, ਪਰ ਰਾਜਪੁਰਿਓਂ ਅਗਾਂਹ ਲੰਘ ਜਾਓ, ਉੱਥੇ ਆਮ ਸੁਣਨ ਨੂੰ ਮਿਲਦਾ ਹੈ, ਓਏ ਸਰਦਾਰ ਬਹਿਨ ਚੋ ਕਹਾਂ ਘੂਮ ਰਹਾ ਹੈ, ਤੇਰੇ ਬਾਪ ਕੀ ਸੜਕ ਹੈ ਕਿਆ। ਕਈ ਵਾਰ ਕੰਨਾਂ ਵਿੱਚ ਇਹ ਆਵਾਜ਼ ਵੀ ਪੈਂਦੀ ਹੈ, ਉਹ ਸਰਦਾਰ ਸਾਲੇ ਲਾਈਨ ਵਿੱਚ ਖੜਾ ਹੋ। ਜਦੋਂ ਮੈਂ 6ਵੀਂ ਵਿੱਚ ਪੜ੍ਹਦਾ ਸਾਂ ਤਾਂ ਇੱਕ ਵੇਦ ਪ੍ਰਕਾਸ਼ ਨਾਂ ਦਾ ਨਵਾਂ ਮਾਸਟਰ ਪਹਿਲੇ ਦਿਨ ਹੀ ਸਾਡੀ ਕਲਾਸ ਵਿੱਚ ਆਇਆ। ਸਾਡੀ ਕਲਾਸ ਉੱਠ ਕੇ ਖਲੋ ਗਈ ਤੇ ਉੱਚੀ ਸਾਰੀ ਸਾਰਿਆਂ ਨੇ ਆਖਿਆ, ਨਮਸਤੇ ਮਾਸਟਰ ਜੀ। ਪਰ ਉਹਨੇ ਸਾਡੀ ਨਮਸਤੇ ਵੱਲ ਕੋਈ ਧਿਆਨ ਨਾ ਦਿੱਤਾ ਤੇ ਦਲਜੀਤ ਨਾਂ ਦੇ ਇੱਕ ਮੁੰਡੇ ਨੂੰ ਜੂੜੇ ਤੋਂ ਫੜ ਕੇ ਥੱਲੇ ਸੁੱਟ ਲਿਆ। ਮਾਸਟਰ ਵੇਦ ਪ੍ਰਕਾਸ਼ ਨੇ ਲੱਤਾਂ ਮੁੱਕੀਆਂ ਤੇ ਘਸੂਨਾਂ ਨਾਲ ਉਹਨੂੰ ਬਹੁਤ ਕੁੱਟਿਆ। ਉਹਦੇ ਸਾਰੇ ਲੀੜੇ ਮਿੱਟੀ ਨਾਲ ਭਰ ਗਏ। ਫਿਰ ਉਹਨੂੰ ਲੱਤਾਂ ਥੱਲਿਓਂ ਦੀ ਕੰਨ ਫੜਾ ਕੇ ਮੁਰਗਾ ਬਣਾ ਦਿੱਤਾ ਤੇ ਉਹਦੇ ਲੱਕ ਵਿੱਚ ਇੰਨੀਆਂ ਕੂਣੀਆਂ ਮਾਰੀਆਂ ਕਿ ਉਹ ਮੂੰਹ ਪਰਨੇ ਜ਼ਮੀਨ ਤੇ ਡਿੱਗ ਪਿਆ। ਫਿਰ ਮਾਸਟਰ ਵੇਦ ਪ੍ਰਕਾਸ਼ ਨੇ ਇੱਕ ਮੁੰਡੇ ਕੋਲੋਂ ਪਾਣੀ ਮੰਗਵਾਇਆ ਤੇ ਆਪਣੇ ਹੱਥ ਧੋਤੇ। ਪਹਿਲਾਂ ਵੀ ਸਾਰੇ ਮਾਸਟਰ ਜਦੋਂ ਕਿਸੇ ਸਿੱਖ ਦਾ ਜੂੜਾ ਫੜ ਕੇ ਹਿਲਾਉਂਦੇ ਸਨ ਤਾਂ ਹੱਥ ਜ਼ਰੂਰ ਧੋਂਦੇ ਸਨ। ਬਹੁਤ ਬਾਅਦ ਵਿੱਚ ਮੈਨੂੰ ਪਤਾ ਲੱਗਾ ਕਿ ਉਹ ਹੱਥ ਇਸ ਕਰਕੇ ਧੋਂਦੇ ਸਨ ਕਿਉਂਕਿ ਉਹ ਸਮਝਦੇ ਸਨ ਕਿ ਇਹਨਾਂ ਦੇ ਵਾਲ ਬਹੁਤ ਗੰਦੇ ਤੇ ਬਦਬੂਦਾਰ ਹੁੰਦੇ ਹਨ, ਇਸ ਲਈ ਜੂੜੇ ਨੂੰ ਪੁੱਟਣ ਤੋਂ ਬਾਅਦ ਹੱਥ ਧੋਣੇ ਜ਼ਰੂਰੀ ਸਨ। ਸਾਰੀ ਕਲਾਸ ਹੈਰਾਨ ਸੀ ਕਿ ਆਖਰ ਦਲਜੀਤ ਨੇ ਕੀਤਾ ਕੀ ਸੀ ਜਿਹਦੇ ਕਰਕੇ ਉਹਨੂੰ ਇੰਨੀ ਕੁੱਟ ਪਈ। ਦਲਜੀਤ ਬਹੁਤ ਹੀ ਭਲਾ ਮਾਨਸ ਤੇ ਸੰਜੀਦਾ ਮੁੰਡਾ ਸੀ। ਉਹਦੀ ਡਰਾਇੰਗ ਸਾਡੇ ਡਰਾਇੰਗ ਮਾਸਟਰ ਤੋਂ ਵੀ ਚੰਗੀ ਸੀ, ਜਾਂ ਕਹਿ ਲਓ ਕਿ ਉਹ ਇੱਕ ਕਲਾਕਾਰ ਸੀ। ਉਹਨੇ ਕਈ ਮਾਸਟਰਾਂ ਦੇ ਪੋਰਟਰੇਟ ਬਣਾ ਕੇ ਉਹਨਾਂ ਨੂੰ ਦਿਖਾਏ ਸਨ।
ਘੋੜਾ, ਗਾਂ, ਕਾਰ ਤੇ ਇਸ ਤਰ੍ਹਾਂ ਦੀਆਂ ਕਈ ਹੋਰ ਚੀਜ਼ਾਂ ਦੇ ਚਿੱਤਰ ਬਣਾਉਣੇ ਉਹਦੇ ਖੱਬੇ ਹੱਥ ਦਾ ਕੰਮ ਸੀ। ਅੱਜ ਮੈਂ ਕਹਿ ਸਕਦਾ ਹਾਂ ਕਿ ਉਹ ਇੱਕ ਨਿੱਕਾ ਕਲਾਕਾਰ ਸੀ। ਇੱਕ ਦਿਨ ਬਹੁਤ ਸਾਰੇ ਮਾਸਟਰ ਸਟਾਫ ਰੂਮ ਵਿੱਚ ਬੈਠੇ ਸਨ। ਮੇਰੇ ਕੋਲੋਂ ਉਹਨਾਂ ਨੇ ਇੱਕ ਜੱਗ ਪਾਣੀ ਮੰਗਵਾਇਆ। ਮੈਨੂੰ ਅਥਾਹ ਖੁਸ਼ੀ ਹੋਈ, ਕਿਉਂਕਿ ਗੁਲਾਮਾਂ ਜਿਹਾਂ ਕੋਲੋਂ ਜੇ ਕੋਈ ਕੰਮ ਕਰਵਾਵੇ ਤਾਂ ਉਹਨਾਂ ਨੂੰ ਬਹੁਤ ਚੰਗਾ ਲੱਗਦਾ ਹੈ। ਮੈਂ ਗਲਾਸਾਂ ਵਿੱਚ ਪਾਣੀ ਪਾ ਕੇ ਸਾਰੇ ਮਾਸਟਰਾਂ ਨੂੰ ਫੜਾ ਰਿਹਾ ਸਾਂ। ਮਾਸਟਰ ਵੇਦ ਪ੍ਰਕਾਸ਼ ਦੂਜੇ ਮਾਸਟਰਾਂ ਨੂੰ ਦੱਸ ਰਿਹਾ ਸੀ, ਇਹ ਮੇਰੇ ਪੜ੍ਹਾਈ ਦੇ ਧੰਦੇ ਦਾ ਪਹਿਲਾ ਦਿਨ ਸੀ। ਮੇਰੇ ਚਾਚਾ ਜੀ, ਜੋ ਬਹੁਤ ਹੀ ਚੰਗੇ ਮਾਸਟਰ ਸਾਬਤ ਹੋਏ ਹਨ, ਨੇ ਮੈਨੂੰ ਇਹ ਗੁਰ ਦੱਸਿਆ ਸੀ ਕਿ ਪਹਿਲੇ ਦਿਨ ਜਾਂਦੇ ਹੀ ਇੱਕ ਮੁੰਡੇ ਨੂੰ ਇੰਨਾ ਮਾਰੋ ਕਿ ਬਾਕੀ ਸਾਰਿਆਂ ਨੂੰ ਕੰਨ ਹੋ ਜਾਣ। ਇੱਕ ਮਾਸਟਰ ਨੇ ਪੁੱਛਿਆ, ਪਰ ਤੁਸੀਂ ਦਲਜੀਤ ਨੂੰ ਹੀ ਕਿਉਂ ਚੁਣਿਆ? ਤਾਂ ਉਹਨੇ ਕਿਹਾ, ਇੱਕ ਤਾਂ ਉਹ ਪਹਿਲੇ ਡੈਸਕ ਤੇ ਰਾਹ ਦੇ ਨਾਲ ਬੈਠਾ ਸੀ, ਨਾਲੇ ਸਿੱਖ ਦੀ ਹੱਡੀ ਬੜੀ ਪੱਕੀ ਹੁੰਦੀ ਹੈ। ਜਿੰਨਾ ਮੈਂ ਉਹਨੂੰ ਕੁੱਟਿਆ, ਕੋਈ ਹੋਰ ਮੁੰਡਾ ਹੁੰਦਾ ਤਾਂ ਮਰ ਹੀ ਜਾਂਦਾ, ਪਰ ਉਹ ਚੰਗਾ ਭਲਾ ਰਿਹਾ। ਹੰਕਾਰਿਆ ਹੋਇਆ ਮਾਸਟਰ ਵੇਦ ਪ੍ਰਕਾਸ਼ ਇਹ ਗੱਲ ਆਪਣੀ ਬੜੀ ਵੱਡੀ ਪ੍ਰਾਪਤੀ ਵਜੋਂ ਦੱਸ ਰਿਹਾ ਸੀ। ਦੂਜੇ ਦਿਨ ਦਲਜੀਤ ਸਕੂਲ ਆਇਆ ਤਾਂ ਬੜਾ ਅਨਮਨਾ ਜਿਹਾ ਸੀ। ਤੀਜੇ ਕੁ ਦਿਨ ਉਸ ਨੂੰ ਬੁਖਾਰ ਚੜ੍ਹਨ ਲੱਗ ਪਿਆ। ਉਹ ਹੌਲੀ ਹੌਲੀ ਤੇ ਅੱਗੇ ਨੂੰ ਝੋਕੇ ਤੁਰਦਾ ਸੀ ਤੇ ਤੁਰਦਾ ਹੋਇਆ ਵੀ ਲੱਤਾਂ ਨੂੰ ਘੜੀਸ ਕੇ ਤੁਰਦਾ। 20 ਕੁ ਦਿਨਾਂ ਬਾਅਦ ਉਹ ਤੁਰਿਆ ਜਾਂਦਾ ਡਿੱਗ ਪਿਆ। ਸਾਡੇ ਛੋਟੇ ਹੈੱਡ ਮਾਸਟਰ ਭਗਵਾਨ ਦਾਸ ਨੇ ਰਿਕਸ਼ੇ ਤੇ ਬਹਾ ਕੇ ਉਸ ਨੂੰ ਘਰ ਭੇਜ ਦਿੱਤਾ। ਉਹਦਾ ਘਰ ਬਸਤੀਆਂ ਅੱਡੇ ਕੋਲ ਬਿਲਕੁਲ ਮੇਰੇ ਰਾਹ ਵਿੱਚ ਪੈਂਦਾ ਸੀ। ਕਈ ਵਾਰ ਅਸੀਂ ਇਕੱਠੇ ਹੀ ਸਕੂਲ ਆਉਂਦੇ ਹੁੰਦੇ ਸਾਂ। ਉਹਦਾ ਪਿਓ ਡਾਕੀਆ ਸੀ ਤੇ ਮਾਂ ਬੈਂਕ ਵਿੱਚ ਚਪੜਾਸਣ ਸੀ। ਦੂਜੇ ਦਿਨ ਸਕੂਲ ਆਉਣ ਲੱਗਾ, ਮੈਂ ਉਹਦੇ ਘਰ ਗਿਆ। ਜਿਸ ਸੜਕ ਤੋਂ ਮੈਂ ਸਕੂਲ ਆਉਂਦਾ ਸਾਂ, ਦਲਜੀਤ ਦੇ ਘਰ ਦਾ ਦਰਵਾਜ਼ਾ ਬਿਲਕੁਲ ਉਹ ਸੜਕ ਤੇ ਖੁੱਲਦਾ ਸੀ। ਮੈਂ ਕਮਰੇ ਵਿੱਚ ਗਿਆ ਤਾਂ ਉਹਦੀ ਮਾਂ ਨਾਲੇ ਰੋ ਰਹੀ ਸੀ, ਨਾਲੇ ਉਹਦੀਆਂ ਲੱਤਾਂ ਨੂੰ ਬੜੇ ਸੰਘਣੇ ਤੇ ਬਦਬੂਦਾਰ ਤੇਲ ਦੀ ਮਾਲਿਸ਼ ਕਰ ਰਹੀ ਸੀ। ਆਉਂਦਾ ਜਾਂਦਾ ਮੈਂ ਬਾਹਰ ਧੁੱਪੇ ਮੰਜੇ ਤੇ ਲੰਮੇ ਪਏ ਦਲਜੀਤ ਕੋਲ ਜ਼ਰੂਰ ਰੁਕਦਾ। ਜਹਾਲਤ ਉਦੋਂ ਇੰਨੀ ਸੀ ਕਿ ਉਹਦੇ ਮਾਂ ਪਿਓ ਨੇ ਇੱਕ ਵਾਰ ਵੀ ਸਕੂਲ ਜਾ ਕੇ ਇਹ ਪਤਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਆਖਰ ਦਲਜੀਤ ਨੂੰ ਹੋਇਆ ਕੀ। ਦਲਜੀਤ ਵਿਚਾਰਾ ਤਾਂ ਬੱਚਾ ਸੀ। ਉਦੋਂ ਮਾਂ ਪਿਓ ਇੰਨੇ ਜਾਲ ਹੁੰਦੇ ਸਨ ਕਿ ਕਦੇ ਵੀ ਬੱਚੇ ਦੇ ਸਕੂਲ ਜਾ ਕੇ ਉਹਦੀ ਪੜ੍ਹਾਈ ਬਾਰੇ ਪੁੱਛਗਿੱਛ ਨਹੀਂ ਸਨ ਕਰਦੇ। 10ਵੀਂ ਤੱਕ ਮੈਂ ਕਦੇ ਵੀ ਕਿਸੇ ਬੱਚੇ ਦੇ ਮਾਂ ਪਿਓ ਨੂੰ ਸਕੂਲ ਆਇਆ ਨਹੀਂ ਵੇਖਿਆ ਤੇ ਮੇਰਾ ਪਿਓ ਵੀ ਕਦੇ ਮੇਰੇ ਸਕੂਲ ਨਹੀਂ ਸੀ ਆਇਆ। ਜੇ ਕਿਸੇ ਨੇ ਵੱਛੀ ਵੀ ਵੱਗ ਵਿੱਚ ਚਰਨ ਛੱਡੀ ਹੋਵੇ ਤਾਂ ਕਦੇ ਕਦਾਈ ਬੰਦਾ ਜਾ ਕੇ ਉਹਦੇ ਸਿਰ ਤੇ ਹੱਥ ਫੇਰ ਆਉਂਦਾ ਹੈ, ਪੇਸੀ ਗੁੜਦੀ ਚਾਰ ਆਉਂਦਾ ਹੈ। ਪਰ ਇੱਥੇ ਇਦਾਂ ਨਹੀਂ ਸੀ। ਜੇ ਤਾਂ ਦਲਜੀਤ ਉਸੇ ਦਿਨ ਹੀ ਲੱਤਾਂ ਤੋਂ ਤੁਰਨੋਂ ਰਹਿ ਜਾਂਦਾ ਤਾਂ ਮਾਸਟਰ ਵੇਦ ਪ੍ਰਕਾਸ਼ ਦਾ ਨਾਂ ਲੱਗਦਾ। ਪਰ ਕਾਫੀ ਦਿਨਾਂ ਬਾਅਦ ਅਜਿਹਾ ਹੋਣ ਨੂੰ ਸਾਰਿਆਂ ਨੇ ਅਨਪੜ੍ਹਤਾ ਵਸ ਦਲਜੀਤ ਦੀ ਹੋਣੀ ਮੰਨ ਲਿਆ। ਅਸਲ ਵਿੱਚ ਜਦੋਂ ਮਾਸਟਰ ਨੇ ਉਹਦੇ ਲੱਕ ਵਿੱਚ ਠੁੱਡਾ ਮਾਰਿਆ ਤਾਂ ਉਹਦੇ ਲੱਕ ਦੀ ਹੱਡੀ ਵਿਚਲੇ ਪੱਠੇ ਘੁੱਟੇ ਗਏ ਤੇ ਹੌਲੀ ਹੌਲੀ ਕੰਮ ਕਰਨੋਂ ਹਟ ਗਏ। ਨਤੀਜਾ ਉਹਦੀਆਂ ਲੱਤਾਂ ਨੂੰ ਲਕਵਾ ਮਾਰ ਗਿਆ। ਇੱਕ ਦਿਨ ਦਲਜੀਤ ਕੱਛਾਂ ਵਿੱਚ ਫੌੜੀਆਂ ਉਡਾ ਕੇ ਤੁਰਿਆ ਜਾਂਦਾ ਮੈਨੂੰ ਅੱਡੇ ਤੇ ਮਿਲਿਆ। ਬਸ ਉਸ ਤੋਂ ਬਾਅਦ ਤਾਂ ਉਹ ਫੌੜੀਆਂ ਦਾ ਹੀ ਆਸਰਾ ਲੈਂਦਾ ਸੀ ਤੇ ਉਸ ਦਾ ਸਹਾਰਾ ਸਨ। ਜਿਹੜੇ ਭੋਲੂ ਕਿਸਮ ਦੇ ਸਿੱਖ ਇਹ ਕਹਿੰਦੇ ਹਨ ਕਿ ਪਹਿਲਾਂ ਸਿੱਖਾਂ ਨਾਲ ਕੋਈ ਨਫ਼ਰਤ ਜਾਂ ਵਿਤਕਰਾ ਨਹੀਂ ਸੀ ਹੁੰਦਾ ਕਿ ਉਹ ਬਕਵਾਸ ਨਹੀਂ ਕਰਦੇ। ਸਰਦਾਰ ਕਪੂਰ ਸਿੰਘ ਨੇ ਆਪਣੀ ਕਿਤਾਬ ਸਾਚੀ ਸਾਖੀ ਵਿੱਚ ਲਿਖਿਆ ਹੈ ਕਿ ਪਾਕਿਸਤਾਨ ਬਣਨ ਤੋਂ 2-3 ਸਾਲ ਬਾਅਦ ਦੁਸ਼ਹਿਰੇ ਵਾਲੇ ਦਿਨ ਕੁਝ ਹਿੰਦੂ ਪਰਾਤ ਵਿੱਚ ਗੋਹਾ ਪਾਈ ਫਿਰਦੇ ਸਨ ਤੇ ਦੁਸ਼ਹਿਰਾ ਗਰਾਊਂਡ ਵਿੱਚ ਲੋਕਾਂ ਨੂੰ ਕਹਿੰਦੇ ਫਿਰਦੇ ਸਨ, ਅੰਬਰਸਰ ਦੇ ਗੁਰਦੁਆਰੇ ਦਾ ਕੜਾਹ ਪ੍ਰਸ਼ਾਦ ਲੈ ਲਓ। ਸਰਦਾਰ ਕਪੂਰ ਸਿੰਘ ਅੰਗਰੇਜ਼ ਵੇਲੇ ਦੇ ICS ਅਫਸਰ ਸਨ। ਇਸ ਪਦਵੀ ਬਾਰੇ ਸੈਕਟਰੀ ਆਫ ਸਟੇਟ ਫਾਰ ਇੰਡੀਆ ਨੇ ਬ੍ਰਿਟਿਸ਼ ਪਾਰਲੀਮੈਂਟ ਵਿੱਚ ਕਿਹਾ ਸੀ ਕਿ ਹਿੰਦੁਸਤਾਨ ਵਿੱਚ ਮਹਾਰਾਜਿਆਂ ਨੂੰ ਤਾਂ ਗੱਦੀਓਂ ਲਾਉਣਾ ਸੌਖਾ ਹੈ, ਪਰ ICS ਅਫਸਰ ਨੂੰ ਨੌਕਰੀ ਤੋਂ ਲਾਉਣਾ ਔਖਾ ਹੈ। ਪੰਡਿਤ ਜਵਾਹਰ ਲਾਲ ਨਹਿਰੂ ਨੇ ਇੱਕ ਚਿੱਠੀ ਗਵਰਨਰ ਪੰਜਾਬ ਚੰਦੂ ਲਾਲ ਤ੍ਰਿਵੇਦੀ
ਤੇ ਡਾਕਟਰ ਗੋਪੀ ਚੰਦ ਭਾਰਗਵ ਨੂੰ ਲਿਖੀ ਕਿ ਕਪੂਰ ਸਿੰਘ ਦਾ ਮੱਕੂ ਕਿਉਂ ਨਹੀਂ ਠੱਪਿਆ ਜਾਂਦਾ। Why is not something being done about this man? ਇਸ ਤਰ੍ਹਾਂ ਦਾ ਬਿਆਨ ਕਿਸੇ ਦੋਸ਼ ਲਾਏ ਦੇ ਬਿਨਾਂ ਕਿਸੇ ਦੋਸ਼ ਲਾਏ ਦੇ ਸਰਦਾਰ ਕਪੂਰ ਸਿੰਘ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਹਾਲਾਂਕਿ ਕਾਨੂੰਨ ਅਨੁਸਾਰ ਕਿਸੇ ICS ਅਫਸਰ ਨੂੰ ਮੁਅੱਤਲ ਕੀਤਾ ਨਹੀਂ ਜਾ ਸਕਦਾ ਜਿੰਨਾ ਚਿਰ ਕੋਈ ਗੰਭੀਰ ਦੋਸ਼ ਪੜਤਾਲ ਕਰਨ ਪਿੱਛੋਂ ਸਾਬਤ ਨਾ ਹੋ ਜਾਵੇ। ਇਹ ਗੱਲ ਹੁਣ ਸੁਪਰੀਮ ਕੋਰਟ ਨੇ ਕਈ ਕੇਸਾਂ ਵਿੱਚ ਮੰਨੀ ਹੈ। ਪਿਛਲੇ 100 ਸਾਲਾਂ ਤੋਂ ਨਾ ਹੀ ਕੋਈ ICS ਅਫਸਰ ਮੁਅੱਤਲ ਹੋਇਆ ਹੈ ਤੇ ਨਾ ਹੀ ਕਪੂਰ ਸਿੰਘ ਤੋਂ ਬਾਅਦ ਕਿਸੇ ਹੋਰ ਨੂੰ ਅੱਜ ਤੱਕ ਮੁਅੱਤਲ ਕੀਤਾ ਹੈ। ਸਰਦਾਰ ਕਪੂਰ ਸਿੰਘ ਤੇ ਲਾਏ ਦੋਸ਼ਾਂ ਦੀ ਪੜਤਾਲ ਐਰਿਕ ਵੈਸਟਨ ਕਰ ਰਿਹਾ ਸੀ। ਇੱਕ ਦਿਨ ਉਸਨੇ ਸਰਦਾਰ ਕਪੂਰ ਸਿੰਘ ਨੂੰ ਸਿੱਧਾ ਹੀ ਕਹਿ ਦਿੱਤਾ ਕਿ ਸਰਕਾਰ ਤੁਹਾਨੂੰ ICS ਦੀ ਪਦਵੀ ਤੇ ਰੱਖਣਾ ਨਹੀਂ ਚਾਹੁੰਦੀ। 1965 ਵਿੱਚ ਸਰਦਾਰ ਗੁਰਨਾਮ ਸਿੰਘ ਨੇ ਜਦੋਂ ਉਹ ਪੰਜਾਬ ਵਿਧਾਨ ਸਭਾ ਦੇ ਅਪੋਜੀਸ਼ਨ ਲੀਡਰ ਸਨ ਇੱਕ ਚਿੱਠੀ ਉਸ ਵੇਲੇ ਦੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੂੰ ਲਿਖੀ ਕਿ ਹੁਣ ਜਦੋਂ ਸ੍ਰੀ ਰਘੂਪਤੀ ਕਪੂਰ ਦੇ ਕੇਸ ਵਿੱਚ ਫੈਸਲਾ ਹੋ ਗਿਆ ਹੈ ਕਿ ਸਰਕਾਰ ਕਿਸੇ ICS ਅਫਸਰ ਨੂੰ ਨਹੀਂ ਕੱਢ ਸਕਦੀ ਤਾਂ ਕਪੂਰ ਸਿੰਘ ਨੂੰ ਵੀ ਉਸ ਦੀ ਬਣਦੀ ਤਨਖਾਹ ਤੇ ਪੈਨਸ਼ਨ ਦੇ ਦਿੱਤੀ ਜਾਵੇ। ਤਾਂ ਉਹ ਚਿੱਠੀ ਦਾ ਉੱਤਰ ਲਾਲ ਬਹਾਦਰ ਸ਼ਾਸਤਰੀ ਨੇ ਇਉਂ ਦਿੱਤਾ, ਹਿੰਦ ਸਰਕਾਰ ਸਰਦਾਰ ਕਪੂਰ ਸਿੰਘ ਨੂੰ ਕੁਝ ਵੀ ਦੇਣ ਦਿਵਾਉਣ ਨੂੰ ਤਿਆਰ ਨਹੀਂ। ਕੜਾ ਕਾਨੂੰਨ ਜੋ ਵੀ ਹੋਵੇ ਸੋ ਹੋਵੇ। ਸਰਦਾਰ ਕਪੂਰ ਸਿੰਘ ਦਾ ਕਸੂਰ ਸਿਰਫ ਇੰਨਾ ਸੀ ਕਿ ਉਹ ਸਿੱਖ ਸਨ। ਇੱਕ ਹੋਰ ਵਾਕਿਆ ਵੀ ਲਿਖਣਯੋਗ ਹੈ। ਮਾਸਟਰ ਤਾਰਾ ਸਿੰਘ ਦੇ ਕੇਸ ਦੀ ਪੈਰਵੀ ਕਰਨ 'ਚ ਸਰਦਾਰ ਹੁਕਮ ਸਿੰਘ, ਸਰਦਾਰ ਦਲੀਪ ਸਿੰਘ ਕੰਗ ਤੇ ਸਰਦਾਰ ਹਰਚੰਦ ਸਿੰਘ ਬਾਜਵਾ ਤਿੰਨੇ ਸਿੱਖ ਲੀਡਰ ਸ਼ਿਮਲੇ ਗਏ ਹੋਏ ਸਨ। ਉਹਨਾਂ ਨੂੰ ਸ਼੍ਰੀ N ਚੈਟਰਜੀ ਪ੍ਰਸਿੱਧ ਵਕੀਲ ਕਹਿਣ ਲੱਗੇ, ਪੰਜਾਬ ਦੇ ਕੁਝ ਹਿੰਦੂ ਇਤਨੇ ਘਟੀਆ ਤੇ ਤੰਗਦਿਲ ਕਿਉਂ ਹਨ? ਮੈਨੂੰ ਹਾਈ ਕੋਰਟ ਦਾ ਜੱਜ DG ਖੋਸਲਾ ਕਹਿੰਦਾ ਹੈ ਕਿ ਤੂੰ ਹਿੰਦੂ ਹੋ ਕੇ ਮਾਸਟਰ ਤਾਰਾ ਸਿੰਘ ਦੀ ਵਕਾਲਤ ਕਰਨ ਕਿਉਂ ਗਿਆ ਹੈ? ਸਿੱਖ ਤਾਂ ਬੜੇ ਕਮਿਊਨਲ ਤੇ ਖਤਰਨਾਕ ਹਨ, ਇਹ ਤਾਂ ਮਰੇ ਹੀ ਚੰਗੇ ਆ। ਕਿਹੜਾ ਸਿੱਖ ਇਹ ਕਹਿ ਸਕਦਾ ਹੈ ਕਿ ਪਹਿਲਾਂ ਸਿੱਖਾਂ ਦੀ ਇੱਜ਼ਤ ਹੁੰਦੀ ਸੀ? ਜਿਸ ਮਾਸਟਰ ਤਾਰਾ ਸਿੰਘ ਬਾਰੇ ਇਹ ਗੱਲ ਕਹੀ ਗਈ ਹੈ, ਇਸੇ ਮਾਸਟਰ ਨੇ ਹੀ ਜਦੋਂ ਮੁਸਲਿਮ ਲੀਗ ਦਾ ਝੰਡਾ ਵੱਢਿਆ ਸੀ ਤਾਂ ਹਿੰਦੂਆਂ ਨੇ ਸਰਬਸੰਮਤੀ ਨਾਲ ਇਸ ਨੂੰ ਆਪਣਾ ਪ੍ਰਧਾਨ ਚੁਣ ਲਿਆ ਸੀ, ਪਰ ਆਜ਼ਾਦ ਭਾਰਤ ਵਿੱਚ ਅੰਬ ਵਾਂਗ ਚੂਬ ਕੇ ਪਰਾਂ ਮਾਰਿਆ। ਪਾਕਿਸਤਾਨ ਵਿੱਚੋਂ ਉੱਜੜ ਕੇ ਆਏ ਸਿੱਖਾਂ ਨੂੰ ਖਾਸ ਕਰਕੇ ਅਤੇ ਸਭ ਪੰਜਾਬ ਦੇ ਸਿੱਖਾਂ ਨੂੰ ਹੀ ਇਉਂ ਮੰਨ ਕੇ ਕਿ ਇਹ ਜਰਾਇਮ ਪੇਸ਼ਾ ਕੌਮ ਹੈ, ਜਿਤਨੀ ਹੋ ਸਕੇ ਸਖਤੀ ਇਹਨਾਂ ਉੱਤੇ ਕੀਤੀ ਜਾਵੇ। ਮਾਰਨਾ ਕੁੱਟਣਾ, ਗੋਲੀਆਂ ਨਾਲ ਮਾਰ ਸੁੱਟਣਾ ਆਦਿ ਅਤੇ ਇਹ ਕੰਮ ਸਰਕਾਰੀ ਪੱਧਰ ਉੱਤੇ ਬਿਨਾਂ ਕਾਨੂੰਨ ਨਿਆਂ ਵਿਚਾਰੇ ਦੇ ਐਸੀ ਤੱਦੀ ਨਾਲ ਕੀਤਾ ਜਾਵੇ ਕਿ ਸਿੱਖਾਂ ਨੂੰ ਹੋਸ਼ ਆ ਜਾਵੇ ਕਿ ਰਾਜਾ ਕੌਣ ਹੈ ਤੇ ਪ੍ਰਜਾ ਕੌਣ ਹੈ। ਇਹ ਬਿਆਨ ਚੰਦੂ ਲਾਲ ਤ੍ਰਿਵੇਦੀ, ਗਵਰਨਰ ਪੰਜਾਬ, ਨਵੰਬਰ 1947 ਦਾ ਹੈ। ਹਵਾਲਾ ਸਰਦਾਰ ਕਪੂਰ ਸਿੰਘ ਕਿਰਤ ਸਾਚੀ ਸਾਖੀ ਚੋਂ। ਇੱਕ ਮੁਲਜ਼ਮ ਜਿਸ ਦੀਆਂ ਅੱਖਾਂ ਘੁੱਟ ਕੇ ਬੱਧੀਆਂ ਹੋਈਆਂ ਸਨ ਨੂੰ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸ਼੍ਰੀ ਚੀਮਾ ਅੱਗੇ ਪੇਸ਼ ਕੀਤਾ ਗਿਆ। ਅਦਾਲਤ ਨੇ ਹੁਕਮ ਦਿੱਤਾ ਕਿ ਮੁਲਜ਼ਮ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਜਾਣ। ਹੁਕਮ ਦੀ ਤਾਮੀਲ ਕੀਤੀ ਗਈ। ਕੇਸ ਸੁਣ ਕੇ ਅਦਾਲਤ ਨੇ ਹੁਕਮ ਦਿੱਤਾ ਕਿ ਮੁਲਜ਼ਮ ਨੂੰ ਜੇਲ੍ਹ ਭੇਜ ਦਿੱਤਾ ਜਾਵੇ, ਮੁੜ ਫੌਜ ਨੂੰ ਨਾ ਸੌਂਪਿਆ ਜਾਵੇ। ਇੱਕਦਮ ਇੱਕ ਜੂਨੀਅਰ ਕਮਿਸ਼ਨਡ ਅਫਸਰ ਅਦਾਲਤ ਵਿੱਚ ਘੁਸ ਆਇਆ ਅਤੇ ਉਸਨੇ ਸਪਸ਼ਟ ਸ਼ਬਦਾਂ ਵਿੱਚ ਮੈਜਿਸਟ੍ਰੇਟ ਨੂੰ ਹਿੰਦੀ ਵਿੱਚ ਕਿਹਾ, ਗੋਲੀ ਖਾਏਗਾ ਕਿ ਰਿਮਾਂਡ ਦੇਗਾ? ਆਰਾਮ ਕਮਰੇ ਵਿੱਚ ਅਦਾਲਤ ਦੇ ਜੇਲ੍ਹ ਭੇਜਣ ਵਾਲੇ ਹੁਕਮ ਨੂੰ ਪਾੜ ਦਿੱਤਾ ਗਿਆ ਤੇ ਉਹਨੂੰ ਰਿਮਾਂਡ ਵਿੱਚ ਬਦਲ ਦਿੱਤਾ ਗਿਆ। ਸ਼੍ਰੀ ਚੀਮਾ ਨੇ ਸੈਸ਼ਨ ਜੱਜ ਅਤੇ ਡਿਪਟੀ ਕਮਿਸ਼ਨਰ ਕੋਲ ਸ਼ਿਕਾਇਤ ਕੀਤੀ ਤੇ ਉਹਨਾਂ ਨੇ ਬ੍ਰਿਗੇਡੀਅਰ ਦੇ ਧਿਆਨ ਵਿੱਚ ਇਹ ਮਾਮਲਾ ਲਿਆਂਦਾ। ਬ੍ਰਿਗੇਡੀਅਰ ਨੇ ਅਫਸੋਸ ਜ਼ਾਹਿਰ ਕੀਤਾ, ਪਰ ਗੱਲ ਉੱਥੇ ਦੀ ਉੱਥੇ ਹੀ ਰਹੀ। ਹਵਾਲਾ ਪੰਜਾਬ ਬਾਰੇ ਸੱਚ, ਸਫਾ 278।
सिरलेख लाल किताब बखाने इਉਂ तेली बल्द पिढ़ाया क्यों। पाकिस्तान क्यों ते किवें बनिया, की हो सकदा सी ते की नहीं हो सकदा सी, की कीता गया ते की नहीं कीता गया। एक पुराना ते खत्म हो चुका मुद्दा है ते बिल्कुल उसे तरह ही है जिवें पोस्ट ग्रैजुएट मैडिकल इंस्टीट्यूशनां ਵਿੱਚ ਮਰੀਜ਼ ਦੇ ਮਰ ਜਾਣ ਤੋਂ ਬਾਅਦ ਡਾਕਟਰ ਇਕੱਠੇ ਹੋ ਕੇ ਵਿਚਾਰ ਕਰਦੇ ਹਨ। ਕੋਈ ਡਾਕਟਰ ਕਹਿੰਦਾ ਹੈ ਕਿ ਜੇ ਆਹ ਦਵਾਈ ਦਿੰਦੇ ਤਾਂ ਫਾਇਦਾ ਹੋ ਸਕਦਾ ਸੀ, ਕੋਈ ਕਹਿੰਦਾ ਹੈ ਇਸ ਦਵਾਈ ਦਾ ਫਾਇਦਾ ਨਹੀਂ ਸੀ, ਐਵੇਂ ਹੀ ਦਿੱਤੀ ਗਈ। ਪਰ ਇਹਨਾਂ ਗੱਲਾਂ ਨਾਲ ਮਰੇ ਪਏ ਮਰੀਜ਼ ਨੂੰ ਕੋਈ ਫਾਇਦਾ ਨਹੀਂ ਹੁੰਦਾ। ਹਾਂ, ਅੱਗੋਂ ਆਉਣ ਵਾਲੇ ਮਰੀਜ਼ ਲਈ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਜਾ ਸਕਦਾ ਹੈ। ਇਸੇ ਤਰ੍ਹਾਂ ਹੀ ਪਾਕਿਸਤਾਨ ਤਾਂ ਬਣ ਗਿਆ ਤੇ ਨਤੀਜੇ ਵਜੋਂ ਸਿੱਖ ਉੱਜੜ ਗਏ। ਹੁਣ ਪੁਰਾਣੀਆਂ ਗੱਲਾਂ ਕਰਨ ਨਾਲ ਪੁਰਾਣੇ ਜ਼ਖਮ ਤਾਂ ਉੱਚੜ ਸਕਦੇ ਹਨ, ਫਾਇਦਾ ਨਹੀਂ ਹੋ ਸਕਦਾ। ਪੰਜਾਬੀ ਦੀ ਕਹਾਵਤ ਹੈ, ਦੁੱਧ ਉਹਦਾ ਜਿਹੜਾ ਉਬਲਣ ਤੋਂ ਪਹਿਲਾਂ ਸਾਂਭ ਲਵੇ। ਉਬਲ ਚੁੱਕੇ ਦੁੱਧ ਦੀਆਂ ਗੱਲਾਂ ਕਰਨੀਆਂ ਤਾਂ ਮਨ ਨੂੰ ਕਲੇਸ਼ ਦੇਣ ਬਰਾਬਰ ਹੈ। ਹੁਣ ਤਾਂ ਇਹ ਗੱਲ ਕਰੀਏ ਕਿ ਜਦੋਂ ਸਿੱਖ ਉੱਜੜ ਪੁੱਜੜ ਕੇ ਕੱਟੀ ਹੋਈ ਪਤੰਗ ਵਾਂਗ ਭਾਰਤ ਵਾਲੇ ਪਾਸੇ ਆ ਕੇ ਡਿੱਗੇ ਤਾਂ ਭਾਰਤ ਦੀ ਹਿੰਦੂ ਸਰਕਾਰ ਨੇ ਸਿੱਖਾਂ ਦੇ ਸਵਾਗਤ ਲਈ ਕਿਵੇਂ ਤੇਲ ਚੋਇਆ। ਉਸ ਵੇਲੇ ਦੇ ਪੰਜਾਬ ਦੇ ਗਵਰਨਰ ਚੰਦੂ ਲਾਲ ਤ੍ਰਿਵੇਦੀ ਨੇ ਇੱਕ ਸਰਕੂਲਰ ਜਾਰੀ ਕੀਤਾ ਅਤੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਸਾਵਧਾਨ ਕੀਤਾ ਕਿ ਪੱਛਮੀ ਪੰਜਾਬ ਵਿੱਚੋਂ ਆਉਣ ਵਾਲੇ ਸਿੱਖ ਜਰਾਇਮ ਪੇਸ਼ਾ ਲੋਕ ਹਨ, ਇਸ ਲਈ ਉਹਨਾਂ ਦਾ ਧਿਆਨ ਰੱਖਿਆ ਜਾਵੇ। ਜੇ ਉਹ ਇਹ ਕਹਿੰਦਾ ਕਿ ਪੱਛਮੀ ਪੰਜਾਬ ਵਿੱਚੋਂ ਆਉਣ ਵਾਲੇ ਸਾਰੇ ਲੋਕਾਂ ਦਾ ਧਿਆਨ ਰੱਖਿਆ ਜਾਵੇ ਤਾਂ ਗੱਲ ਕੁਝ ਹੋਰ ਹੁੰਦੀ। ਪਰ ਇਸ ਸਰਕੂਲਰ ਦਾ ਤਾਂ ਸਿੱਧਾ ਮਤਲਬ ਇਹ ਸੀ ਕਿ ਸਾਰੇ ਹਿੰਦੂ ਤਾਂ ਭਲੇ ਮਾਨਸ ਹਨ, ਪਰ ਸਿੱਖ ਸਾਰੇ ਹੀ ਬਦਮਾਸ਼ ਹਨ। ਭਾਰਤ ਸਰਕਾਰ ਦੀ ਸਿੱਖਾਂ ਨੂੰ ਇਹ ਪਹਿਲੀ ਜੀ ਆਇਆਂ ਨੂੰ ਸੀ। ਇਸ ਤੋਂ ਬਾਅਦ ਵੀ ਸਮੇਂ-ਸਮੇਂ ਦੇ ਸਿੱਖਾਂ ਨੂੰ ਆਜ਼ਾਦੀ ਦਾ ਨਿੱਘ ਦਿੱਤਾ ਗਿਆ, ਪਰ ਉਹਨਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਕੇ ਨਹੀਂ, ਸਗੋਂ ਇਹ ਨਿੱਘ ਛਿੱਤਰ ਨਾਲ ਦਿੱਤਾ ਗਿਆ। ਪਹਿਲਾਂ ਤਾਂ ਜ਼ਮੀਨਾਂ ਦੀ ਅਲਾਟਮੈਂਟ ਵੇਲੇ ਅੱਧੀ ਜ਼ਮੀਨ ਹੀ ਕੱਟ ਲਈ ਗਈ, ਫਿਰ 50 ਕਿੱਲਿਆਂ ਤੋਂ ਵੱਧ ਵਾਲੀ ਜ਼ਮੀਨ ਖੋਹ ਕੇ ਮੁਜਾਰਿਆਂ ਨੂੰ ਦੇ ਦਿੱਤੀ ਗਈ। ਸਾਰੇ 22 ਸੂਬੇ ਬੋਲੀ ਦੇ ਆਧਾਰ ਤੇ ਬਣੇ, ਪਰ ਪੰਜਾਬ ਨੂੰ ਦੋ ਭਾਸ਼ੀ ਸੂਬਾ ਕਿਹਾ ਗਿਆ। ਜਿਹੜੇ ਹਿੰਦੂ ਨੂੰ ਮੰਜੀ ਦਾ ਉਚਾਰਨ ਨਹੀਂ ਸੀ ਆਉਂਦਾ ਤੇ ਉਹ ਹਿੰਦੀ ਵਿੱਚ ਮਾਂਜੀ ਕਹਿੰਦਾ ਸੀ, ਉਸ ਹਿੰਦੂ ਨੇ ਵੀ ਹਿੰਦੂ ਲੀਡਰਾਂ ਦੇ ਆਖੇ ਲੱਗ ਕੇ ਆਪਣੀ ਬੋਲੀ ਹਿੰਦੀ ਲਿਖਵਾਈ। ਸਾਰੀ ਦੁਨੀਆ ਦੇ ਦੇਸ਼ਾਂ ਦੇ ਪਾਣੀਆਂ ਦੀ ਵੰਡ ਇੱਕੋ ਇੱਕ ਕਾਨੂੰਨ ਰਿਪੇਰੀਅਨ ਲਾਅ ਆਫ ਵਾਟਰ ਨਾਲ ਹੁੰਦੀ ਹੈ। ਭਾਰਤ ਵਿੱਚ ਵੀ ਬਾਕੀ ਸੂਬਿਆਂ ਲਈ ਇਹੋ ਕਾਨੂੰਨ ਵਰਤਿਆ ਗਿਆ, ਪਰ ਪੰਜਾਬ ਦੇ ਪਾਣੀਆਂ ਦੀ ਵੰਡ ਵਿੱਚ ਇਸ ਕਾਨੂੰਨ ਨਾਲ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ। ਇੱਥੋਂ ਤੱਕ ਕਿ ਸੁਪਰੀਮ ਕੋਰਟ ਵਿੱਚ ਦਾਇਰ ਕੀਤਾ ਕੇਸ ਵੀ ਵਾਪਸ ਲੈ ਲਿਆ ਗਿਆ। ਪੰਜਾਬ ਦੀ ਰਾਜਧਾਨੀ ਪੰਜਾਬ ਨੂੰ ਨਾ ਦਿੱਤੀ ਗਈ, ਸਗੋਂ ਧੱਕੇ ਨਾਲ ਸਤਲੁਜ ਯਮੁਨਾ ਲਿੰਕ ਨਹਿਰ ਪੁੱਟਣ ਦੀ ਕੋਸ਼ਿਸ਼ ਕੀਤੀ ਗਈ। ਜ਼ਮੀਨ ਤੇ ਇੱਕ ਹੋਰ ਸੀਲਿੰਗ 17 ਏਕੜ ਦੀ ਮੜ ਦਿੱਤੀ, ਜੋ ਹੁਣ ਤੱਕ ਕਾਇਮ ਹੈ। ਸ਼ਹਿਰੀ ਵਾਹੀ ਵਾਲੀਆਂ ਜ਼ਮੀਨਾਂ ਤੇ ਵੀ ਅਰਬਨ ਲੈਂਡ ਸੀਲਿੰਗ ਐਕਟ ਲਾ ਦਿੱਤਾ ਗਿਆ, ਜਿਸ ਅਨੁਸਾਰ 5 ਕਨਾਲ ਤੋਂ ਵੱਧ ਵਾਲੀ ਜ਼ਮੀਨ 5 ਰੁਪਏ ਗਜ ਦੇ ਹਿਸਾਬ ਨਾਲ ਸਰਕਾਰ ਨੇ ਲੈ ਲੈਣੀ ਸੀ। ਇਸ ਕਾਨੂੰਨ ਨੇ ਵੀ ਤਿੰਨਾਂ ਸ਼ਹਿਰਾਂ ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ਦੇ ਕਿਸਾਨਾਂ ਦਾ ਲੱਕ ਤੋੜ ਦਿੱਤਾ। 1971 ਵਿੱਚ ਜ਼ਮੀਨਾਂ ਤੇ ਆਮਦਨ ਟੈਕਸ ਵੀ ਲਾ ਦਿੱਤਾ ਗਿਆ, ਜਿਹੜਾ ਅੱਜ ਤੱਕ ਅਮਰੀਕਾ ਅਤੇ ਹੋਰ ਵਿਕਸਿਤ ਦੇਸ਼ਾਂ ਨੇ ਵੀ ਨਹੀਂ ਸੀ ਲਾਇਆ ਜਾਂ ਨਹੀਂ ਅਜੇ ਤੱਕ ਲਾਇਆ। 1984 ਵਿੱਚ ਦਿੱਲੀ ਵਿੱਚ ਸਿੱਖਾਂ ਨਾਲ ਜੱਗੋਂ 13ਵੀਂ ਹੋਈ। ਇੰਦਰਾ ਗਾਂਧੀ ਦੇ 2 ਸਿੱਖਾਂ ਹੱਥੋਂ ਮਾਰੇ ਜਾਣ ਤੋਂ ਬਾਅਦ ਨਾਦਰ ਸ਼ਾਹ ਵਾਂਗ ਹੀ ਸਿੱਖ ਕਤਲੇਆਮ ਦਾ ਹੁਕਮ ਦਿੱਤਾ ਗਿਆ, ਜੋ 7 ਸਤੰਬਰ ਤੱਕ ਚੱਲਿਆ। ਇਹ ਕਤਲੇਆਮ ਇੱਕ ਪਾਸੜ ਸੀ ਤੇ ਕਿਸੇ ਸਿੱਖ ਨੇ ਅੱਗੋਂ ਉਂਗਲੀ ਨਹੀਂ ਚੁੱਕੀ। ਜੇ 1984 ਦੇ ਕਤਲੇਆਮ ਵੇਲੇ KPS ਗਿੱਲ, ਬੇਅੰਤ ਸਿੰਘ, ਜੀਤਾ ਖੱਬੂ, ਸੁਰਜੀਤ ਸਿੰਘ ਬਰਾਲਾ ਤੇ ਪ੍ਰਕਾਸ਼ ਸਿੰਘ ਬਾਦਲ ਵਰਗਾ ਕੋਈ ਹੋਰ ਭਾਰਤੀ ਸਪੂਤ ਵੀ ਭੀੜ ਦੇ ਢਹੇ ਚੜ ਜਾਂਦਾ ਤਾਂ ਮਚਰੀ ਹੋਈ ਭੀੜ ਨੇ ਇਹਨਾਂ ਪੇਮੀ ਦੇ ਨਿਆਣਿਆਂ ਨੂੰ ਵੀ ਫੂਕ ਦੇਣਾ ਸੀ। ਦੇਸ਼ ਦੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨੂੰ ਤਾਂ ਸਿੱਖ ਹੋਣ ਕਾਰਨ ਉਹਦੀ ਕਾਰ ਵਟਿਆ
ਨਾਲ ਭੰਨ ਕੇ ਦਾਖੂਦਾਣਾ ਵੀ ਦਿੱਤਾ ਗਿਆ ਸੀ, ਪਰ ਫਿਰ ਵੀ ਇਸ ਸਾਕੇ ਦਾ ਨਾਂ ਦਿੱਲੀ ਦੰਗੇ ਰੱਖਿਆ ਗਿਆ। ਦੰਗਾ ਤਾਂ ਉਹ ਹੁੰਦਾ ਹੈ ਜਿੱਥੇ ਦੋ ਧਿਰਾਂ ਆਪਸ ਵਿੱਚ ਲੜਨ। ਕੋਈ ਦੱਸੇ ਕਿ ਉਹਨਾਂ ਦਿਨਾਂ ਵਿੱਚ ਕੋਈ ਹਿੰਦੂ ਵੀ ਕਿਸੇ ਸਿੱਖ ਤੋਂ ਮਾਰਿਆ ਗਿਆ ਸੀ। ਫਿਰ ਇਹ ਦਿੱਲੀ ਦੰਗੇ ਕਿਵੇਂ ਹੋਏ? ਇਹਦਾ ਨਾਂ ਤਾਂ ਸਿੱਖਾਂ ਦਾ ਕਤਲੇਆਮ ਰੱਖਿਆ ਜਾਣਾ ਚਾਹੀਦਾ ਸੀ। ਜੇ ਕਿਸੇ ਪੀੜਤ ਸਿੱਖ ਨੂੰ 4 ਛਿੱਲੜ ਮੁਆਵਜ਼ੇ ਦੇ ਵੀ ਦਿੱਤੇ ਗਏ ਤਾਂ ਨਾਂ ਰੱਖਿਆ ਦਿੱਲੀ ਦੰਗਾ ਪੀੜਤ। ਇਸ ਤਰ੍ਹਾਂ ਇਹ ਕਹਿ ਕੇ ਵਿਚਾਰੇ ਮਜ਼ਲੂਮਾਂ ਨੂੰ ਬਰਾਬਰ ਦੇ ਕਸੂਰਵਾਰ ਬਣਾ ਦਿੱਤਾ ਗਿਆ, ਜਿਹੜਾ ਕਿ ਅੱਗੋਂ ਲਿਖੇ ਜਾਣ ਵਾਲੇ ਇਤਿਹਾਸ ਵਿੱਚ ਵੀ ਇਸੇ ਤਰ੍ਹਾਂ ਹੀ ਲਿਖਿਆ ਤੇ ਪੜ੍ਹਿਆ ਜਾਵੇਗਾ। ਇਸੇ ਤਰ੍ਹਾਂ ਹੀ ਪੰਜਾਬ ਵਿੱਚ ਫੌਜ, BSF ਤੇ CRPF ਦੇ ਫੌਜੀਆਂ ਨੇ ਥਾਣਿਆਂ ਵਿੱਚ ਫੜ ਕੇ ਲਿਆਂਦੀਆਂ ਬੀਬੀਆਂ ਨਾਲ ਬਲਾਤਕਾਰ ਕੀਤੇ ਤੇ ਬੇਕਸੂਰ ਸਿੱਖਾਂ ਦੀਆਂ ਦਾੜੀਆਂ ਪੁੱਟ ਕੇ ਉਹਨਾਂ ਨੂੰ ਜਲੀਲ ਕੀਤਾ, ਨਾਲੇ ਸਿੱਖ ਨੌਜਵਾਨਾਂ ਦਾ ਲੱਭ ਕੇ ਸ਼ਿਕਾਰ ਕੀਤਾ। ਇਹ ਕੁਝ ਕਰਨ ਵਾਲਿਆਂ ਨੂੰ ਜਿਹੜੀਆਂ ਤਨਖਾਹਾਂ ਤੇ ਸਹੂਲਤਾਂ ਦਿੱਤੀਆਂ, ਉਹਦਾ ਬਿੱਲ ਵੀ ਪੰਜਾਬ ਨੂੰ ਹੀ ਭੇਜਿਆ ਗਿਆ। ਫਿਰ ਅਧੀਨਗੀ ਸਹਿਤ ਤਰਲੇ ਕੱਢਣ ਦੀ ਵਾਰੀ ਆ ਗਈ ਕਿ ਕਿਰਪਾ ਕਰਕੇ ਇਹ ਖਰਚਾ ਮਾਫ ਕਰ ਦਿੱਤਾ ਜਾਵੇ। ਪੰਜਾਬੀ ਪ੍ਰਧਾਨ ਮੰਤਰੀ I.K. ਗੁਜਰਾਲ ਨੇ ਇਹਨਾਂ ਝੁੱਡੂ ਅਕਾਲੀਆਂ ਨੂੰ ਬੇਵਕੂਫ ਬਣਾ ਕੇ ਤੇ ਆਪ ਦਾਦਾ ਬਣ ਕੇ 8700 ਕਰੋੜ ਰੁਪਏ ਦਾ ਉਹ ਖਰਚਾ ਟਟਕਾ ਕੇ ਮੁਆਫ ਕੀਤਾ। ਦੰਦੀਆਂ ਕੱਢ ਕੇ ਅਕਾਲੀਆਂ ਨੇ ਸਟੇਜਾਂ ਦੇ ਭਾਸ਼ਣ ਕੀਤੇ ਕਿ ਅਸਾਂ 8700 ਕਰੋੜ ਰੁਪਏ ਦਾ ਕਰਜ਼ਾ ਮੁਆਫ ਕਰਾ ਲਿਆ। ਏਡਾ ਖੁਸ਼ ਹੋਣ ਦੀ ਥਾਂ ਸਗੋਂ ਛਿੱਤਰ ਲਾ ਕੇ ਪੁੱਛੋ ਕਾਹਦੇ ਪੈਸੇ? ਤੁਸਾਂ ਜਿਹੜਾ ਸਿੱਖਾਂ ਦਾ ਜਾਨੀ ਤੇ ਮਾਲੀ ਨੁਕਸਾਨ ਕੀਤਾ ਹੈ, ਪਹਿਲਾਂ ਉਹਦੀ ਭਰਵਾਈ ਕਰੋ। ਇਹਨਾਂ ਨੇ ਗੁਜਰਾਲ ਨੂੰ ਇਹ ਕਿਉਂ ਨਾ ਪੁੱਛਿਆ ਭਈ ਅਸੀਂ ਤੁਹਾਨੂੰ ਆਖਿਆ ਸੀ ਕਿ ਤੁਸੀਂ ਟੁੱਟੇ ਥਾਣੇਦਾਰਾਂ ਨੂੰ, ਜਿਹੜੇ ਪਹਿਲਾਂ ਸਾਈਕਲਾਂ ਤੇ ਧੱਕੇ ਖਾਂਦੇ ਫਿਰਦੇ ਸਨ ਜਾਂ ਵੱਧ ਤੋਂ ਵੱਧ ਸਕੂਟਰ ਜਾਂ ਮੋਟਰਸਾਈਕਲ ਤੇ ਹੁੰਦੇ ਸਨ, ਉਹਨਾਂ ਨੂੰ ਚਮਚਮਾਉਂਦੀਆਂ ਰੰਗ ਬਿਰੰਗੀਆਂ ਜਿਪਸੀਆਂ ਦਿਓ ਤੇ ਫਿਰ ਉਹ ਲੱਬੜ ਕੱਟੇ ਉਹਨਾਂ ਜਿਪਸੀਆਂ ਤੇ ਚੜ੍ਹ ਕੇ ਸਿੱਖਾਂ ਜਾਂ ਸਿੱਖ ਬੱਚਿਆਂ ਦਾ ਸ਼ਿਕਾਰ ਖੇਡਣ। ਅਸਾਂ ਤੁਹਾਨੂੰ ਆਖਿਆ ਸੀ ਭਈ ਹੌਲਦਾਰ ਜੋ ASI ਬਣਨ ਦੇ ਕਾਬਲ ਵੀ ਨਹੀਂ ਸਨ, ਉਹਨਾਂ ਨੂੰ SSP ਬਣਾ ਦਿਓ ਤੇ ਪਹਿਲਾਂ ਨਾਲੋਂ 8 ਗੁਣਾ ਵੱਧ ਤਨਖਾਹ ਤੇ ਸਹੂਲਤਾਂ ਦਿਓ। ਜ਼ਿਲ੍ਹੇ ਦੇ ਹਰ SSP ਨੂੰ ਤੁਸੀਂ ਕਰੋੜਾਂ ਰੁਪਏ ਖਾੜਕੂਆਂ ਵਿੱਚੋਂ ਭੰਨ ਕੇ ਲਿਆਂਦੇ ਤੇ ਲਾਲਚ ਦੇ ਕੇ ਬਣਾਏ ਹੋਏ ਕੈਟਾਂ ਨੂੰ ਦੇਣ ਲਈ ਬਗੈਰ ਕਿਸੇ ਹਿਸਾਬ ਕਿਤਾਬ ਦੇ ਛੱਡੇ। ਇਹ ਪੈਸੇ ਹੁਣ ਅਸੀਂ ਕਿਉਂ ਦਈਏ? ਅਸਾਂ ਆਪਣੀ ਕੁੜੀ ਦੇ ਵਿਆਹ ਤੇ ਤੁਹਾਡੇ ਕੋਲੋਂ ਕਰਜ਼ਾ ਲਿਆ ਸੀ, ਜਿਹੜਾ ਵਿਆਜ ਸਮੇਤ ਵਾਪਸ ਕਰੀਏ? ਨਹੀਂ ਦੇਣੀ ਅਸਾਂ ਦੁਆਨੀ ਵੀ। ਪਰ ਇਹ ਗੋਲੇ ਕਬੂਤਰ ਸਗੋਂ ਖੁਸ਼ ਹੋ ਕੇ ਸਟੇਜਾਂ ਤੇ ਇਹ ਗੱਲ ਬੜੇ ਫਖਰ ਤੇ ਬਹਾਦਰੀ ਨਾਲ ਦੱਸਦੇ ਹਨ। ਅੱਗੇ ਜਿਹੜੀ ਭੇਡ ਰੂਪੀ ਸੰਗਤ ਬੈਠੀ ਹੁੰਦੀ ਹੈ, ਉਹ ਜਕਾਰੇ ਛੱਡਦੀ ਨਹੀਂ ਥੱਕਦੀ। ਲੱਖ ਲਾਹਨਤ ਹੈ ਇਹੋ ਜਿਹੇ ਜਕਾਰੇ ਛੱਡਣ ਵਾਲੇ ਬਾਂਦਰਾਂ ਦੇ। ਸਗੋਂ ਇਹਨਾਂ ਨੂੰ ਕੋਈ ਇਹ ਕਿਉਂ ਨਹੀਂ ਪੁੱਛਦਾ ਕਿ ਪੁਸ਼ਪਾ ਗੁਜਰਾਲ ਨੇ ਸਿੱਖਾਂ ਦਾ ਕਿਹੜਾ ਗੱਡਾ ਫਸਿਆ ਕੱਢਿਆ ਸੀ ਜਾਂ ਪੰਜਾਬੀ ਸੂਬੇ ਦੇ ਮੋਰਚੇ ਵਿੱਚ ਗ੍ਰਿਫਤਾਰੀ ਦਿੱਤੀ ਸੀ, ਜਿਹੜਾ ਉਹਦੇ ਨਾਂ ਤੇ ਜਲੰਧਰ ਕਪੂਰਥਲਾ ਰੋਡ ਤੇ ਬਣਨ ਵਾਲੇ ਸਾਇੰਸ ਸਿਟੀ ਦਾ ਨਾਂ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਰੱਖਿਆ ਗਿਆ ਹੈ। ਹੁਣ ਵੀ 1961 ਦੀ ਮਰਦਮਸ਼ੁਮਾਰੀ ਕਢਵਾ ਕੇ ਵੇਖ ਲਓ, ਗੁਜਰਾਲ ਤੇ ਉਹਦੇ ਪਰਿਵਾਰ ਨੇ ਮਾਤਰ ਭਾਸ਼ਾ ਹਿੰਦੀ ਹੀ ਲਿਖਵਾਈ ਹੋਵੇਗੀ। ਸਿੱਖਾਂ ਦੀ ਤਾਂ ਉਹ ਗੱਲ ਹੋਈ, ਨਾਲੇ 100 ਗੰਢੇ ਖਾਧੇ, 100 ਛਿੱਤਰ ਖਾਧੇ ਤੇ ਨਾਲੇ 100 ਰੁਪਏ ਜੁਰਮਾਨਾ ਦਿੱਤਾ। ਇੰਨਾ ਕੁਝ ਹੋ ਜਾਣ ਤੇ ਅਜੇ ਵੀ ਬੇਅਣਖ ਸਿੱਖ ਤੇ ਇਹਨਾਂ ਦੇ ਰਾਗੀ ਢਾਡੀ ਤੇ ਕੀਰਤਨੀਏ ਬੀਤ ਚੁੱਕੇ ਦੀਆਂ ਗੱਲਾਂ ਕਰਦੇ ਹਨ। ਅਖੇ ਅਸੀਂ ਹਿੰਦੂਆਂ ਦੀਆਂ ਬੀਬੀਆਂ ਨੂੰ ਮੁਸਲਮਾਨਾਂ ਕੋਲੋਂ ਛੁਡਾ ਕੇ ਲਿਆਉਂਦੇ ਰਹੇ ਹਾਂ। ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਹੁਣ ਬਟੇਰੇ ਦੀ ਬੋਲੀ ਪਿਤਰਮ ਸੁਲਤਾਨ ਬੂਦ ਕਹਿਣ ਵਾਂਗ ਹੈ, ਜਿਸ ਦਾ ਅਰਥ ਬਣਦਾ ਹੈ ਅਖੇ ਸਾਡੇ ਵੱਡੇ ਵਡੇਰੇ ਰਾਜੇ ਮਹਾਰਾਜੇ ਹੁੰਦੇ ਸਨ। ਬੰਦਾ ਉਸ ਬਟੇਰੇ ਨੂੰ ਪੁੱਛੇ ਭਈ ਤੂੰ ਤਾਂ ਹੁਣ ਬਟੇਰਾ ਹੀ ਹੈ ਨਾ। ਅਸਲ ਵਿੱਚ ਸਿੱਖ ਨੂੰ ਆਜ਼ਾਦ ਹੋਏ ਹਿੰਦੂ ਦੀ ਮਾਨਸਿਕਤਾ ਵਿੱਚ ਐਡੀ ਵੱਡੀ ਤਬਦੀਲੀ ਆ ਜਾਣ ਦਾ ਚੇਤਾ ਵੀ ਨਹੀਂ ਸੀ। ਇਹ ਗੁਲਾਮ ਹਿੰਦੂ ਨੂੰ ਕਰਾੜਾਂ, ਬਾਹਮਣਾ ਤੇ ਝਾਂਗੀ ਹਿੰਦੂਆਂ ਦੇ
ਨਿਮਾਣੇ ਦੇ ਰੂਪ ਵਿੱਚ ਹੀ ਵੇਖਣ ਦਾ ਆਦੀ ਸੀ, ਪਰ ਹੁਣ ਸਥਿਤੀ ਬਦਲ ਚੁੱਕੀ ਹੈ। ਸੋ ਇਸ ਭਾਗ ਲਈ ਇੰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।